ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਐਕਸਕਲੂਸਿਵ ਸ਼ੋ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਅੱਜ ਇਨਸਾਈਟਸ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦੀ ਤਸਕਰੀ ਤੋਂ ਲੈ ਕੇ CBSE ਬੋਰਡ ਦਾ ਡਿਸੀਜਨ ਤੇ ਰਸ਼ੀਆ ਨੇ ਕੀ ਵਾਰਨਿੰਗ ਦਿੱਤੀ ਹੈ, ਇਹਦੇ ਬਾਰੇ ਚਰਚਾ ਕਰਨਗੇ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ, ਹਾਊ ਆਰ ਯੂ? ਆਈ ਐਮ ਗੁੱਡ ਸਰ, ਹਾਊ ਆਰ ਯੂ? ਆਈ ਐਮ ਗੁੱਡ ਸਰ। ਪੰਜਾਬ ਤੋਂ ਹੀ ਸ਼ੁਰੂ ਕਰਦੇ ਹਾਂ। ਇਹ ਨਸ਼ਿਆਂ ਦੀ ਤਸਕਰੀ ਦੀ ਗੱਲ ਕਰਦੇ ਹਾਂ। ਜਿਹੜੀ ਜਾਂਚ ਏਜੰਸੀ ਹੈਗੀ ਆ ਉਹਨਾਂ ਦਾ ਇਹ ਮੰਨਣਾ ਹੈਗਾ ਕਿ ਜਿਹੜੀ ਪੰਜਾਬ ਤੋਂ ਹਿਮਾਚਲ ਦੀ ਤਸਕਰੀ ਹੁੰਦੀ ਹੈ, ਨਸ਼ਾ ਜਿਹੜਾ ਹੀਰੋਇਨ ਚਿੱਟਾ ਨਾਮਕ ਹੈ, ਇਹ ਜ਼ਿਆਦਾ ਘਾਤਕ ਹੈ ਤੇ ਜ਼ਿਆਦਾ ਐਡਿਕਟਿਵ ਹੈ ਰੈਦਰ ਦੈਨ ਜਿਹੜੇ ਦਿੱਲੀ ਦੇ ਵਿੱਚ ਨਸ਼ਾ ਪਾਇਆ ਜਾਂਦਾ। ਹੁਣ ਇਸ ਚੀਜ਼ 'ਚ ਵੀ ਅਸੀਂ ਮਾੜੇ ਹੋ ਗਏ, ਨਸ਼ਾ ਵੀ ਸਾਡਾ ਲੋਅਰ ਕੁਆਲਿਟੀ ਹੋ ਗਿਆ। ਬਟ ਦ ਪੁਆਇੰਟ ਇਜ਼ ਇਟਸ ਅ ਵੈਰੀ ਡੇਂਜਰਸ ਸਿਚੁਏਸ਼ਨ। ਤੇ ਨਸ਼ਾ ਆਫ ਕੋਰਸ ਇਹਦਾ ਮਤਲਬ ਹੈ ਕਿ ਜਿਹੜੀ ਮਿਕਸਿੰਗ ਹੋ ਰਹੀ ਹੈ ਵਿਚ ਇਜ਼ ਵਿਦ ਡਿਫਰੈਂਟ ਕੈਮੀਕਲਸ। ਇਹ ਉਹਨਾਂ ਨੇ ਸਾਇੰਟਿਸਟ ਨੇ ਲੈਬ ਦੇ ਵਿੱਚ ਪਤਾ ਕੀਤਾ ਕਿ ਜਿਹੜਾ ਪੰਜਾਬ ਤੋਂ ਜਿਹੜੀ ਚਿੱਟਾ ਇਜ਼ ਬੇਸਿਕਲੀ ਮਿਕਸਚਰ ਆਫ ਹੀਰੋਇਨ ਐਂਡ ਸਮ ਅਦਰ ਕੈਮੀਕਲਸ ਵਿਚ ਇਜ਼ ਵੈਰੀ ਐਡਿਕਟਿਵ। ਤੇ ਇਨਫੈਕਟ ਇਹ ਵੀ ਪਤਾ ਚੱਲਿਆ ਕਿ ਉਹਦੇ ਨਾਲ ਪਲੇਟਲੇਟਸ ਬੜੀ ਛੇਤੀ ਜਾਂਦੇ ਨੇ, ਤੇ ਸੋ ਇਟ ਇਜ਼ ਵੈਰੀ ਇਟ ਕੁਡ ਬੀ ਫੇਟਲ ਫॉर ਦ ਯੂਜ਼ਰਸ, ਤੇ ਬਹੁਤ ਹੀ ਹਾਈਲੀ ਐਡਿਕਟਿਵ ਹੈ। ਤੇ ਹੁਣ ਇਸ ਵੇਲੇ ਤੇ ਸਿੰਸ ਗਵਰਨਮੈਂਟ ਇਜ਼ ਨਿਊ, ਆਈ ਐਮ ਸ਼ੋਰ ਰਿਜ਼ਲਟਸ ਵਿਲ ਕਮ ਇਨ। ਇਸ ਵੇਲੇ ਸਭ ਤੋਂ ਜ਼ਰੂਰੀ ਹੈ ਕਿ ਤਸਕਰੀ ਰੋਕੀ ਜਾਵੇ। ਪਾਕਿਸਤਾਨ, ਅਫਗਾਨਿਸਤਾਨ ਤੋਂ ਜਿਹੜਾ ਸਾਡੇ ਇਸ ਪਾਸੇ ਨਸ਼ਾ ਆ ਰਿਹਾ ਹੈ, ਤੇ ਵਿਦ ਦੇ ਆਰ ਯੂਜ਼ਿੰਗ ਬੈਟਰ ਐਂਡ ਬੈਟਰ ਵੇਜ਼ ਆਫ ਸਮਗਲਿੰਗ ਇਟ। ਤੇ ਅਸੀਂ ਵੀ ਲੇਟੈਸਟ ਟੈਕਨੋਲੋਜੀ ਨਾਲ ਇਹਨੂੰ ਕਿਵੇਂ ਮੋਨੀਟਰ ਕਰ ਸਕਦੇ ਹਾਂ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਵੀ ਇਹ ਸਮਗਲਿੰਗ ਰੁਕੇ। ਜਦ ਸੋਰਸ ਖਤਮ ਹੋਏਗੀ ਤੇ ਆਪਣੇ ਆਪ ਉਹਦੀ ਜਿਹੜੀ ਮੂਵਮੈਂਟ ਹੈ ਉਹ ਵੀ ਖਤਮ ਹੋਏਗੀ ਜੀ। ਤੇ ਜਿਹੜੇ ਵੀ ਸਟਰੋਂਗ ਐਕਸ਼ਨ ਲਿੱਤਾ ਜਾਵੇ। ਆਈ ਐਮ ਸ਼ੋਰ ਕਿ ਜਿਹੜੀ ਪੁਲਿਸ ਦੀ ਇੰਟੈਲੀਜੈਂਸ ਹੈ, ਦੇ ਨੋ ਵਟ ਆਰ ਦੀ ਸੋਰਸਿਸ, ਤੇ ਉਹਨਾਂ ਦੇ ਉੱਤੇ ਬਹੁਤ ਹੀ ਸਟਰੋਂਗ ਐਕਸ਼ਨ ਲੈਣ ਦੀ ਲੋੜ ਹੈ, ਇਮੀਡੀਏਟ ਐਕਸ਼ਨ ਲੈਣ ਦੀ ਲੋੜ ਹੈ। ਬਿਕੋਜ਼ ਵੀ ਕਾਂਟ ਅਲਾਓ ਸਮਥਿੰਗ ਲਾਈਕ ਡਰੱਗਸ ਟੂ ਕਿਲ ਆਰ ਫਿਊਚਰ। ਇਹ ਸਾਡਾ ਫਿਊਚਰ ਖਤਮ ਕਰ ਦਿੰਦੀ ਹੈ। ਇਹ ਦੱਸਿਆ ਕੀ ਕਰਦੀ, ਜਦੋਂ ਨਸ਼ੇ ਦੀ ਆਦਤ ਪੈਂਦੀ ਹੈ ਪੂਰੇ ਦੇ ਪੂਰੇ ਨੇਬਰਹੁੱਡ ਨੂੰ ਡਿਟਰੋਇਟ ਕਰ ਦਿੰਦੀ ਹੈ, ਡਿਟਿਊਰੇਟ ਕਰ ਦਿੰਦੀ ਹੈ, ਡਿਟਿਊਰੇਟ ਕਰ ਦਿੰਦੀ ਹੈ। ਉੱਥੋਂ ਦੇ ਲੋਕੀ ਬੰਦੇ ਦੀ ਇੰਪਲੋਇਮੈਂਟ ਦੀ ਕੈਪੇਬਿਲਿਟੀ ਖਤਮ ਕਰਦੀ ਹੈ। ਜਿਹੜਾ ਬੰਦਾ ਐਡਿਕਟ ਹੋਏਗਾ ਉਹਨੂੰ ਕਿਵੇਂ ਕੋਈ ਰੱਖੇਗਾ। ਇਟ ਕਾਜ਼ਸ ਲੋਟ ਆਫ ਫਾਈਨੈਂਸ਼ੀਅਲ ਹਾਰਮ ਟੂ ਫੈਮਲੀਜ਼, ਟੂ ਦੀ ਨੇਬਰਹੁੱਡ। ਇਟ ਕਾਜ਼ਸ ਲਾਅ ਐਂਡ ਆਰਡਰ ਇਸ਼ੂਜ਼, ਇਟ ਕਾਜ਼ਸ ਕਰਪਸ਼ਨ। ਤੇ ਜਿਹੜਾ ਹੈ ਇਹ ਡਰੱਗਸ ਦਾ ਮਾਮਲਾ ਹੈ, ਇਹਦਾ ਇੰਪੈਕਟ ਸਿਰਫ ਇਹ ਨਹੀਂ ਹੈ ਕਿ ਇੱਕ ਬੰਦੇ ਨੇ ਸਿਰਫ ਡਰੱਗਸ ਲੈ ਲਈਆਂ। ਦੈਟ ਇਜ਼ ਜਨਰਲੀ ਇਸੇ ਕਰਕੇ ਕਿਉਂਕਿ ਬੰਦੇ ਜਿਹੜਾ ਨੇਬਰਹੁੱਡ ਹੈ ਜਾਂ ਆਮ ਆਦਮੀ ਇਹ ਸੋਚਦਾ ਕਿ ਯਾਰ ਉਹ ਖਾਂਦਾ ਪਿਆ, ਹੁਣ ਮੈਂ ਕੀ ਕਰਾਂ। ਉਹ ਇਹ ਸੋਚਦਾ ਕਿ ਮੈਂ ਸ਼ਾਇਦ ਅੱਜ ਥੋੜ੍ਹਾ ਜਿਹਾ ਲਾਗਿਓ ਨਿਕਲਦਾ ਇੱਕ ਅਨਕੰਫਰਟੇਬਲ ਫੀਲ ਕਰਦਾ ਪਿਆ, ਪਰ ਇਹਦੇ ਇੰਪੈਕਟ ਪੂਰੀ ਸੁਸਾਇਟੀ 'ਤੇ ਆਉਂਦੇ ਨੇ। ਉਹ ਇਹ ਨਹੀਂ ਜਾਣਦੇ ਕਿ ਜਦੋਂ ਡਰੱਗ ਦੀ ਮੂਵਮੈਂਟ ਹੁੰਦੀ ਹੈ, ਇਟ ਕਾਜ਼ਸ ਕਰਪਸ਼ਨ ਇਨ ਦ ਇੰਟਾਇਰ ਸਿਸਟਮ। ਅਤੇ ਜਦੋਂ ਕਰਪਟ ਆਫੀਸ਼ੀਅਲਸ ਹੋਣਗੇ ਉਹ ਹਰ ਥਾਂ 'ਤੇ ਉਹਦਾ ਇੱਕ ਕਾਸਟ ਪੂਰੀ ਆਰਗੇਨਾਈਜੇਸ਼ਨ ਨੂੰ ਪੂਰੀ ਸੁਸਾਇਟੀ ਨੂੰ ਪੇ ਕਰਨਾ ਪਏਗਾ। ਨੇਬਰਹੁੱਡ ਦੀ ਵੈਲਿਊ ਡਾਊਨ ਹੁੰਦੀ ਹੈ। ਜਿੱਥੇ ਡਰੱਗ ਐਡਿਕਟ ਹੋਣਗੇ ਉੱਥੋਂ ਦੇ ਨੇਬਰਹੁੱਡ ਦੀ ਵੈਲਿਊ ਘੱਟ ਹੋ ਜਾਏਗੀ, ਉੱਥੇ ਬਿਜ਼ਨਸਿਸ ਘੱਟ ਆਉਣਗੇ, ਉੱਥੇ ਇੰਪਲੋਇਮੈਂਟ ਘੱਟ ਹੋਏਗੀ। ਇੱਕ ਉਹਦਾ ਇੰਪੈਕਟ ਆਉਂਦਾ ਹੈ, ਸੇਫਟੀ ਇਸ਼ੂ ਆਉਂਦੇ। someone under the influence of drugs is very easy tool at the hands of ਜਿਹੜੇ ਲੋਕੀ ਐਂਟੀ ਸੋਸ਼ਲ ਨੇ। ਮੈਂ ਕੋਈ ਪੁੱਠਾ ਕੰਮ ਕਰਾਉਣਾ ਹੈ, ਨਸ਼ੇੜੀਆਂ ਕੋਈ ਸਾਰੀਆਂ ਵਾਰਦਾਤਾਂ ਕਰਵਾਈਆਂ ਜਾਂਦੀਆਂ ਜੀ। ਤੇ ਇਹਦੇ ਇੰਪੈਕਟ ਬੜੇ ਮੈਨੀਫੋਲਡ ਨੇ। ਤੇ ਸਾਨੂੰ ਆਮ ਜਨਤਾ ਨੂੰ ਰੈਦਰ ਦੈਨ ਸਿਰਫ ਚਿੰਤਿਤ ਹੋਣ ਦੀ ਲੋੜ ਨਹੀਂ ਹੈ, ਅਲਾਰਮ ਹੋਣ ਦੀ ਲੋੜ ਹੈ। ਇਟ ਇਜ਼ ਅ ਡੇਂਜਰਸ ਸਿਚੁਏਸ਼ਨ। ਇਹਦਾ ਇੰਪੈਕਟ ਸਾਡੇ 'ਤੇ ਹੈਗਾ। ਜਿੰਨਾ ਤੱਕ ਅਸੀਂ ਇਸ ਤਰ੍ਹਾਂ ਨਹੀਂ ਨਾ ਸੋਚਾਂਗੇ, ਅਸੀਂ ਇਸ ਪ੍ਰੋਬਲਮ ਨੂੰ ਦਿਸ ਪ੍ਰੋਬਲਮ ਸ਼ੁੱਡ ਬੀ ਸੋਲਵਡ ਨਹੀਂ, this problem must be solved ਜੀ। ਹਜੇ ਤੱਕ ਸਾਨੂੰ ਲੱਗਦਾ ਕਿ this problem should be solved, no, it is a must, otherwise it is ਇਹੋ ਜਿਹਾ ਦੀਮਕ ਹੈ ਜਿਹਨੇ ਸਾਡੀ ਪੰਜਾਬ ਦੀ ਸੁਸਾਇਟੀ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾਇਆ। ਤੇ ਇਸ ਤੋਂ ਪਹਿਲਾਂ ਕਿ ਇਹ ਸਿਚੁਏਸ਼ਨ ਇਹੋ ਜਿਹੀ ਹੋ ਜਾਏ ਕਿ ਆਪਾਂ ਰਿਕਵਰ ਹੀ ਨਾ ਕਰ ਪਾਈਏ, ਕਿ ਬਈ ਗੌਨ ਕੇਸ ਹੋ ਜਾਈਏ, ਇਸ 'ਤੇ ਬਹੁਤ ਸਟਰੋਂਗ ਐਕਸ਼ਨ ਮੈਂ ਸੈਂਟਰਲ ਏਜੰਸੀਜ਼ ਨੂੰ ਪੰਜਾਬ ਗੌਰਮੈਂਟ ਨੂੰ ਤੇ ਹਿਮਾਚਲ ਗੌਰਮੈਂਟ ਨੂੰ ਅਸੀਂ ਅਪੀਲ ਕਰਾਂਗੇ ਥਰੂ ਪੰਜਾਬ ਟੂਡੇ, ਥਰੂ ਹਿਮਾਚਲ ਟੂਡੇ, ਕਿ ਬਈ ਉਹ ਇਸ ਚੀਜ਼ ਨੂੰ ਸੀਰੀਅਸਲੀ ਲੈਣ। ਸਰ, ਇਹਦੇ ਵਿੱਚ ਹੀ ਰਿਕਵਰੀ ਦੀ ਤੁਸੀਂ ਗੱਲ ਕੀਤੀ, ਸੋਸ਼ਲ ਐਕਸੈਪਟੈਂਸ ਦਾ ਕਿੰਨਾ ਰੋਲ ਹੈ? ਕਿਉਂਕਿ ਮੈਂ ਦੇਖਦੀ ਹਾਂ ਵੀ ਸੋਸ਼ਲ ਐਕਸੈਪਟੈਂਸ ਨਹੀਂ ਹੈ। ਜਿਹੜੇ ਡਰੱਗ ਐਡਿਕਟ ਸੀਗੇ ਜਾਂ ਜਿਹੜੇ ਇਸ ਪ੍ਰੋਸੈਸ ਤੋਂ ਨਿਕਲ ਰਹੇ ਆ ਜਾਂ ਡੀ ਐਡਿਕਸ਼ਨ ਤੋਂ ਵੀ, ਉਹਨਾਂ ਦੀ ਸੋਸ਼ਲ ਐਕਸੈਪਟੈਂਸ ਨਾ ਹੋਣ ਕਰਕੇ ਉਹ ਹੋਰ ਆਈਸੋਲੇਟ ਹੁੰਦੇ ਆ, ਹੋਰ ਇਸ ਚੀਜ਼ 'ਚ ਵੜਦੇ ਆ। ਤਾਂ ਇਹਦਾ ਕਿੰਨਾ ਕੁ ਵੱਡਾ ਰੋਲ ਆ? ਦੇਖੋ, ਇਹ ਵੀ ਇੱਕ ਫੈਕਟਰ ਹੈਗਾ ਕਿ ਹਾਊ ਯੂ ਹੈਵ ਟੂ ਰੀਹੈਬਲੀਏਟ ਦੋਜ਼ ਪੀਪਲ। ਤੇ ਉਹਦਾ ਹੁਣ ਦੇਖੋ, ਯੂ ਕੈਨ ਇਨਕਰੇਜ ਪੀਪਲ, ਬਟ ਇੱਕ ਨੋਰਮਲ ਟੈਂਡੈਂਸੀ ਹੈ ਲੋਕਾਂ ਦੀ ਕਿ ਜਿਹੜਾ ਬੰਦਾ ਡਰੱਗ ਐਡਿਕਟ ਰਿਹਾ ਹੈ, ਉਹ ਜਦੋਂ ਕੋਈ ਗਲਤੀ ਕਰਦਾ ਨਾ, ਆਪਾਂ ਉਹਨੂੰ ਸੈਕਿੰਡ ਚਾਂਸ ਦੇਣਾ, ਸਾਨੂੰ ਲੱਗਦਾ ਹੀ ਇਜ਼ ਫਾਲੋਇੰਗ ਬੈਕ ਟੂ ਓਲਡ ਹੈਬਿਟਸ। ਇਹ ਨੋਰਮਲੀ ਲੋਕਾਂ ਨੂੰ ਲੱਗਦਾ। ਹੁਣ ਇਹ ਜਿਹੜੀ ਬਾਰ-ਬਾਰ ਇਹ ਆਉਂਦਾ ਕਿ ਬਈ ਇਹਨਾਂ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ ਹੈ, ਦੈਟ ਇਜ਼ ਇੰਪੋਰਟੈਂਟ। ਉਹਦੇ ਲਈ ਕੀ ਕਰਨਾ ਚਾਹੀਦਾ? ਆਰਗੇਨਾਈਜੇਸ਼ਨਸ ਨੂੰ ਐਜੂਕੇਟ ਕਰਨ ਦੀ ਲੋੜ ਹੈ, ਸੋਸਾਇਟੀ ਨੂੰ ਐਜੂਕੇਟ ਕਰਨ ਦੀ ਲੋੜ ਹੈ ਕਿ ਵਨ ਮਿਸਟੇਕ ਵਾਸ ਮੇਡ, ਇਟ ਇਜ਼ ਜਸਟ ਵਨ ਮਿਸਟੇਕ ਦੈਟ ਪਰਸਨ ਫੈਲ ਪ੍ਰੇ। ਪਰ ਜਦੋਂ ਇੱਕ ਬੰਦਾ ਹੈਬਿਚੁਅਲ ਹੋ ਜਾਂਦਾ ਹੈ
then then government has to come into it ਕਿ ਵੀ ਕਿਵੇਂ ਉਹਨਾਂ ਨੂੰ facilitate ਕਰਨ, ਉਹ ਦੇ ਸ਼ੁੱਡ ਬਿਕਮ ਅ ਚੈਨਲ ਪਾਰਟਨਰ ਥਰੂ ਦੈਟ, ਜਾਂ NGOs ਨੂੰ ਇੰਗੇਜ ਕਰਨ ਜਿਹੜੇ ਉਹਨਾਂ ਨੂੰ ਫੈਸਿਲੀਟੇਟ ਕਰਨ 'ਚ ਹੈਲਪ ਕਰਨ। ਜੇ ਬੰਦੇ ਨੂੰ ਇੱਕ ਵਾਰੀ ਲੇਬਲਿੰਗ ਹੋ ਗਈ, ਉਹ ਬੰਦਾ ਵੀ ਜੇ ਅਸੈਪਟ ਕਰ ਲੇਗਾ ਕਿ ਮੇਰੀ ਲੇਬਲਿੰਗ ਹੁਣ ਡਰਗ ਐਡਿਕਟ ਹੋ ਗਈ ਹੈ, ਤੁਸੀਂ ਬਿਲਕੁਲ ਸਹੀ ਕਿਹਾ, ਉਹ ਤਾਂ ਦੁਬਾਰਾ ਚਾਂਸ ਹੈ ਜੀ। ਤਾਂ ਸਾਨੂੰ ਓਪਨ ਹਾਰਟਡਲੀ ਉਹਨੂੰ ਅਸੈਪਟ ਕਰਨਾ ਚਾਹੀਦਾ। ਇਸ ਤਰ੍ਹਾਂ ਹੀ ਸੋਚਣਾ ਚਾਹੀਦਾ ਕਿ ਇੱਕ ਬੱਚੇ ਨੂੰ ਜਾਂ ਇੱਕ ਆਦਮੀ ਨੇ ਕੋਈ ਇੱਕ ਗਲਤੀ ਹੋਈ ਹੈ, ਉਹ ਬੰਦਾ ਆਪਣਾ ਪ੍ਰਾਸ਼ਚਿਤ ਕਰਕੇ ਆਇਆ ਹੈ, ਤਾਂ ਦੇ ਸ਼ੁੱਡ ਬੀ ਗਿਵਨ, ਇਨ ਫੈਕਟ ਵੀ ਸ਼ੁੱਡ ਬੀ ਈਵਨ ਮੋਰ ਕੇਅਰਫੁਲ ਵਿਦ ਦੋਸ ਪੀਪਲ। ਜੀ, ਜ਼ਿਆਦਾ ਸਪੇਸ ਚਾਹੀਦੀ ਹੈ। ਐਬਸੋਲੂਟਲੀ ਸਰ, ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਖੁਸ਼ਖਬਰੀ ਮਿਲਣ ਵਾਲੀ ਹੈ 16 ਅਪ੍ਰੈਲ ਨੂੰ, ਬਿਜਲੀ ਤੋਂ ਸੰਬੰਧਿਤ। ਝਟਕਾ ਤਾਂ ਨਹੀਂ ਲੱਗੇਗਾ ਕੋਈ? ਖੁਸ਼ਖਬਰੀ ਕਹੀ ਹੈ, ਖੁਸ਼ਖਬਰੀ ਹੈ ਬੇਸਿਕਲੀ। ਆਈ ਥਿੰਕ ਜਿਹੜੀ ਉਹਨਾਂ ਦੀ ਅਨਾਉਂਸਮੈਂਟ ਰਹੀ, ਜਿਹੜਾ ਮੇਜਰ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਹਰ ਥਾਂ ਤੇ ਇੱਕ ਮੇਜਰ ਅਨਾਉਂਸਮੈਂਟ ਰਹਿੰਦੀ ਬਿਜਲੀ ਫ੍ਰੀ। ਉਹਨਾਂ ਨੇ ਇੱਕ ਇਹ ਫਾਰਮੂਲਾ ਫੜਿਆ ਹੋਇਆ ਹੈ ਕਿ ਬਈ ਆਪਾਂ ਬੇਸਿਕ 300 ਯੂਨਿਟ ਬਿਜਲੀ ਫ੍ਰੀ ਦੇਣੀ ਹੈ। ਮੋਸਟ ਪ੍ਰੋਬਬਲੀ ਅਨਾਉਂਸਮੈਂਟ ਵਿਲ ਬੀ ਅਰਾਊਂਡ ਦੈਟ। ਦੇ ਮਾਈਟ ਹੈਵ ਫਿਗਰਡ ਆਊਟ ਦੀ ਮੋਡੈਲਿਟੀਜ਼ ਕਿ ਇਹਨੂੰ ਕਿਵੇਂ ਕੀਤਾ ਜਾਏਗਾ, ਉਹਦੀ ਕਾਸਟ ਇੰਪਲੀਕੇਸ਼ਨ ਕੀ ਹੋਏਗੀ, ਉਹਦੇ ਕਾਸਟ ਕਿਵੇਂ ਰਿਕਵਰ ਹੋਣਗੇ, ਉਹਨਾਂ ਨੇ ਉਹ ਫਿਗਰ ਕੀਤਾ ਹੋਏਗਾ। ਤੇ ਆਪਾਂ ਵੀ ਲਾਸਟ ਟਾਈਮ ਵੀ ਕਿਹਾ ਸੀ, ਜਦੋਂ ਓਪੋਜੀਸ਼ਨ ਕਹਿ ਰਹੀ ਸੀ ਕਿ ਗੌਰਮੈਂਟ ਨੇ ਤਾਂ ਦੇਖੋ ਉਹ ਤਾਂ ਕੀਤਾ ਨਹੀਂ, ਇਟ ਵਾਜ਼ ਅ ਨਿਊ ਗੌਰਮੈਂਟ, ਸਰਟਨ ਟਾਈਮ ਦੇਣਾ ਸੀ। ਤੇ ਇਹ ਪ੍ਰੋਮਿਸ ਉਹਨਾਂ ਨੂੰ ਪੂਰਾ ਕਰਨਾ ਵੀ ਚਾਹੀਦਾ, ਬਿਕੋਜ਼ ਦੇ ਪ੍ਰੋਮਿਸ ਇਟ। ਇੱਕ ਮੇਜਰ ਉਹਨਾਂ ਦਾ ਇੱਕ ਪਲੈਂਕ ਰਿਹਾ ਹੈ ਪੋਲ ਦਾ ਕਿ ਬਈ ਆਪਾਂ ਤੁਹਾਨੂੰ 300 ਯੂਨਿਟ ਫ੍ਰੀ ਬਿਜਲੀ ਦੇਣੀ ਹੈ, ਤੇ ਫਿਰ ਵੀ ਪ੍ਰੋਫਿਟੇਬਲੀ ਦੇਣੀ ਹੈ। ਤੇ ਮੈਂ ਕਹਿੰਦਾ ਕਿ ਇਹ ਕਰਨ ਤੇ ਉਹ ਸਕਸੈਸਫੁਲੀ ਕਰ ਪਾਉਣ, ਇਟ ਵਿਲ ਬੀ ਵੈਰੀ ਗੁੱਡ ਫॉर ਦੀ ਪੀਪਲ ਆਫ ਪੰਜਾਬ, ਸਪੈਸ਼ਲੀ ਜਿਹੜੇ ਲੋਅਰ ਇਕਨੋਮਿਕ ਸਟੇਟਸ ਦੇ ਲੋਕੀ ਨੇ, ਉਹਨਾਂ ਲਈ ਬਹੁਤ ਹੈਲਪ ਹੋ ਜਾਂਦੀ ਹੈ ਕਿ ਜਦੋਂ ਤੁਹਾਡੇ ਪੰਜਾਬ 'ਚ ਬਿਜਲੀ ਬਹੁਤ ਮਹਿੰਗੀ ਹੈ। ਮੈਂ ਇੱਕ ਹੋਰ, ਮੈਨੂੰ ਲੱਗਦਾ ਕਿ ਇੱਕ ਹੋਰ ਚੀਜ਼ ਜੇ ਇਹਦੇ ਵਿੱਚ ਹੋਵੇ ਅਪਾਰਟ ਫਰਮ 300 ਫ੍ਰੀ ਯੂਨਿਟਸ, ਕਈ ਕੈਟੇਗਰੀ ਦੇ ਲੋਕਾਂ ਨੂੰ ਫ੍ਰੀ ਦੀ ਲੋੜ ਨਹੀਂ ਹੈ, ਬਟ ਬਿਜਲੀ ਇਨ ਪੰਜਾਬ ਇਜ਼ ਵੈਰੀ ਕੋਸਟਲੀ। ਆਪਾਂ ਕੀ ਐਫੀਸ਼ੀਐਂਟਲੀ ਟਰਾਂਸਮਿਸ਼ਨ ਲਾਸਿਸ ਨੂੰ ਜਿਵੇਂ ਆਪਾਂ ਖਰੀਦਦੇ ਪਏ ਹਾਂ, ਉਹਨੂੰ ਕਿਵੇਂ ਐਫੀਸ਼ੀਐਂਟ ਕੀਤਾ ਜਾਵੇ ਕਿ ਆਪਾਂ ਇੰਡਸਟਰੀ ਨੂੰ ਵੀ ਰੀਜ਼ਨੇਬਲ ਰੇਟ 'ਤੇ ਬਿਜਲੀ ਦੇ ਪਾਈਏ ਅਤੇ ਕੰਟੀਨਿਊਸਲੀ ਦੇ ਪਾਈਏ। ਜਦੋਂ ਤੁਸੀਂ ਬਿਜਲੀ ਮਹਿੰਗੀ ਕਰਦੇ ਹੋ, ਉਹ ਸਿਸਟਮ 'ਚ ਕਰਪਸ਼ਨ ਲਿਆਉਂਦੀ ਹੈ। ਇੱਕ ਇਨਸੈਂਟਿਵ ਬਣਦਾ ਹੈ ਕਿਸੇ ਵੀ ਘਰ ਵਾਲੇ ਓਨਰ ਲਈ ਜਾਂ ਫੈਕਟਰੀ ਵਾਲੇ ਓਨਰ ਲਈ ਕਿ ਮੈਂ ਕੁੰਡੀ ਪਾਵਾਂ ਜਾਂ ਮੈਂ ਕਿਸੇ ਬਿਜਲੀ ਬੋਰਡ ਦੇ ਮਹਿਕਮੇ ਦੇ ਮੁਲਾਜ਼ਮ ਦੇ ਨਾਲ ਸੈਟਿੰਗ ਕਰਾਂ ਤਾਂ ਕਿ ਮੇਰਾ ਬਿੱਲ ਘੱਟ ਆਵੇ। ਉਹਦੇ ਨਾਲ ਹੋਰ ਲਾਸਿਸ ਵੱਧਦੇ ਨੇ, ਕੰਪਲਾਇੰਸ, ਕਿਉਂਕਿ ਲੋਕੀ ਆਪਣਾ ਬਿੱਲ ਭਰ ਨਹੀਂ ਰਹੇ ਹੁੰਦੇ, ਲਾਸਿਸ ਵਧੀ ਜਾਂਦੇ ਨੇ। ਅਤੇ ਸਸਟੇਨੇਬਿਲਿਟੀ, ਅਤੇ ਜਦੋਂ ਰੇਟ ਹੀ ਘੱਟ ਹੋਏਗਾ, ਚੋਰੀ ਕਰਨ ਦਾ ਬੰਦੇ ਨੂੰ ਲੱਗਦਾ ਕਿ ਮੈਂ ਕਿਉਂ ਚੋਰੀ ਕਰਨੀ, ਰਾਈਟ। ਹੁਣ ਇਮੈਜਿਨ ਕਰੋ ਕਿ ਤੁਸੀਂ ਬਿੱਲ 20,000 ਆਉਂਦਾ, ਇੱਕ ਇਨਸੈਂਟਿਵ ਹੈ ਕਿ ਵੀ ਇਹਨੂੰ 5,000 ਕਰਵਾ ਲਾਂ, ਪਰ ਜੇ ਤੁਹਾਡਾ ਬਿੱਲ ਹੀ 2-3 ਹਜ਼ਾਰ ਆ ਰਿਹਾ, ਤੇ ਕਈ ਸਟੇਟ 'ਚ ਆ ਵੀ ਰਿਹਾ ਜੀ, ਤੇ ਜੇ ਬਿੱਲ ਹੀ 2-3 ਹਜ਼ਾਰ ਆ ਰਿਹਾ, ਜੇ ਤੁਸੀਂ ਐਫੀਸ਼ੀਐਂਟ ਤਰੀਕੇ ਨਾਲ ਖਰੀਦਦੇ ਪਏ ਹੋ ਬਿਜਲੀ ਨੂੰ, ਐਫੀਸ਼ੀਐਂਟ ਤਰੀਕੇ ਨਾਲ ਡਿਸਟਰੀਬਿਊਟ ਕਰਦੇ ਪਏ ਹੋ, ਇਮਾਨਦਾਰੀ ਨਾਲ ਕਰਦੇ ਪਏ ਹੋ, ਤੇ ਆਪਣੇ ਆਪ ਜ਼ਿਆਦਾਤਰ ਲੋਕੀ ਕੰਪਲਾਈ ਵੀ ਕਰਨਗੇ। ਜੇ ਬਿਜਲੀ ਵਾਲੇ ਜਿਹੜੇ ਬੇਸਿਕਲੀ ਜਿਹੜੇ ਫੈਕਟਰੀ ਓਨਰ ਨੇ, ਜੇ ਉਹਨਾਂ ਨੂੰ ਸਸਤੇ ਦੇ ਵਿੱਚ ਬਿਜਲੀ ਤੁਸੀਂ ਦੇ ਪਾ ਰਹੇ ਹੋ, ਦੇ ਹੈਵ ਮੋਰ ਰੀਜ਼ਨ ਟੂ ਪੇ ਦੀ ਬਿੱਲ, ਕਿਉਂਕਿ ਉਹ ਵੀ ਹੈਡੇਕ ਨਹੀਂ ਲੈਣਾ ਚਾਹੁੰਦੇ। ਤੇ ਜੇ ਰੇਟ ਨੂੰ ਆਪਾਂ ਆਪਟੀਮਲ ਨੋਮੀਨੇਟ ਥੋੜਾ ਸਾ ਨੋਮੀਨਲ ਕਰ ਦਿੱਤਾ ਜਾਵੇ ਕਿ ਬਈ ਰੇਟ ਬਹੁਤ ਜ਼ਿਆਦਾ ਨੇ ਪੰਜਾਬ 'ਚ, ਉਹਨਾਂ ਨੂੰ ਰੀਜ਼ਨੇਬਲ ਕੀਤਾ ਜਾਵੇ, ਤੇ ਇੰਡਸਟਰੀ ਤੇ ਹੋਮ ਓਨਰਸ ਦੋਨੋਂ ਕੰਪਲਾਈ ਕਰਨਗੇ। ਜੀ ਸਰ। ਇਸ ਦੇ ਨਾਲ ਹੀ ਜਿਹੜਾ ਆਪੋਜੀਸ਼ਨ ਨੇ ਤੰਜ ਕੱਸਿਆ ਸੀਗਾ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਤੇ ਆਫੀਸ਼ੀਅਲ ਮੀਟ ਦਿੱਲੀ 'ਚ ਲੈ ਕੇ, ਉਹਨਾਂ ਨੇ ਉਹਦਾ ਜਵਾਬ ਦਿੰਦੇ ਹੋਏ ਕਿਹਾ ਕਿ ਆਫੀਸ਼ੀਅਲਸ ਨੂੰ ਜਦੋਂ ਟ੍ਰੇਨਿੰਗ ਦੀ ਲੋੜ ਸੀ, ਅਸੀਂ ਗੁਜਰਾਤ ਵੀ ਭੇਜਿਆ, ਤਮਿਲਨਾਡੂ ਵੀ ਭੇਜਿਆ, ਤੇ ਲੋੜ ਪਈ ਤਾਂ ਇਸਰਾਈਲ ਵੀ ਭੇਜ ਸਕਦੇ ਹਾਂ, ਵੀ ਜਿੱਥੇ ਸਾਨੂੰ ਲੋੜ ਪਊਗੀ ਵੀ ਟ੍ਰੇਨਿੰਗ 'ਚ ਉਹਨਾਂ ਨੂੰ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲੂਗੀ, ਉਹ ਅਸੀਂ ਕਰਾਂਗੇ। ਆਈ ਥਿੰਕ ਦੇਖੋ, ਆਪਾਂ ਤਾਂ ਉਦੋਂ ਵੀ ਕਿਹਾ ਸੀ ਕਿ ਬਹੁਤ ਜ਼ਿਆਦਾ ਸਪੈਕੂਲੇਟ ਕਰਨ ਦੀ ਲੋੜ ਨਹੀਂ ਹੈ। ਲੈਟਸ ਵੇਟ ਫॉर ਗਵਰਨਮੈਂਟ ਐਕਸਪਲੇਨੇਸ਼ਨ ਔਨ ਇਟ। ਆਪਾਂ ਤਿਲ ਦਾ ਪਹਾੜ ਬਣਾਉਣਾ, ਦੇਖੋ ਵਰੀ ਐਫ ਹੀ ਹੈ ਨਾ ਕਿ ਬਈ ਰਿਮੋਟ ਕੰਟਰੋਲ ਗਵਰਨਮੈਂਟ ਤਾਂ ਨਹੀਂ ਹੈ। ਭਗਵੰਤ ਮਾਨ ਜੀ ਨੇ ਕਿਹਾ, ਆਰ ਚੀਫ ਮਿਨਿਸਟਰ ਸੈਡ ਕਿ ਵੀ ਆਈ ਐਮ ਰਨਿੰਗ ਇਟ, ਲੈਟਸ ਟੇਕ ਇਟ ਵਰਡਸ ਰਾਈਟ ਨਾਓ। ਬਾਕੀ ਹੌਲੀ ਹੌਲੀ ਜੇ ਕੁਝ ਹੋਰ ਹੋਏਗਾ ਆਪਾਂ ਉੱਤੇ ਨਜ਼ਰ ਰੱਖਾਂਗੇ, ਆਪਾਂ ਉਹਨੂੰ ਵੀ ਉਜਾਗਰ ਕਰਾਂਗੇ, ਬਟ ਰਾਈਟ ਨਾਓ ਆਪਾਂ ਇੱਕ ਮੀਟਿੰਗ ਲਈ ਜਾਂ ਟ੍ਰੇਨਿੰਗ ਲਈ ਜਾਣਾ, ਦੇਖੋ ਉਹ ਮੰਨਦੇ ਨੇ ਕਿ ਆਮ ਆਦਮੀ ਪਾਰਟੀ ਵਾਲੇ ਮੰਨਦੇ ਨੇ ਕਿ ਦਿੱਲੀ 'ਚ ਅਸੀਂ ਕੁਝ ਸਪੈਸ਼ਲ ਕਰਦੇ ਪਏ ਹਾਂ, ਅਤੇ ਉਹ 'ਚੋਂ ਜੇ ਕੋਈ ਵਧੀਆ ਚੀਜ਼ ਸਾਡੇ ਆਫਿਸਰ ਸਿੱਖ ਕੇ ਆ ਸਕਦੇ ਨੇ ਤਾਂ ਦਿੱਲੀ ਆਉਣਾ ਜਾਣਾ ਹੁੰਦਾ ਹੀ ਆ। ਅਤੇ ਆਈ ਐਮ ਸ਼ੋਰ ਕਿ ਦੇ ਆਰ ਆਲਸੋ ਸਮਾਰਟ ਇਨਫ ਕਿ ਉਹਨਾਂ ਨੂੰ ਵੀ ਪਤਾ ਕਿ ਓਪੋਜੀਸ਼ਨ ਹਰ ਗੱਲ ਨੂੰ ਫੜੇਗੀ ਅਤੇ ਨਜ਼ਰ ਰੱਖੇਗੀ। ਅਤੇ ਆਈ ਐਮ ਸ਼ੋਰ ਲੈਟਸ ਟੇਕ ਦੈਟ ਵਰਡ ਆਫ ਦੀ ਗਵਰਨਮੈਂਟ ਔਨ ਇਟਸ ਫੇਸ ਵੈਲਿਊ ਕਿ ਬਈ ਜੇ ਇਹ ਕਹਿ ਰਹੇ ਨੇ ਟ੍ਰੇਨਿੰਗ ਲਈ ਗਏ ਹੋਣਗੇ ਤਾਂ ਟ੍ਰੇਨਿੰਗ ਲਈ ਜਾਣਾ ਹੀ ਪਏਗਾ, ਇੱਕ ਦੂਜੇ ਤੋਂ ਸਿੱਖਣਾ ਪਏਗਾ। ਉੱਥੇ ਮੁਹੱਲਾ ਕਲੀਨਿਕਸ ਬਾਰੇ ਸਮਝਣਾ ਹੋਏਗਾ ਸ਼ਾਇਦ, ਕਿਉਂਕਿ ਉੱਥੇ ਇੰਪਲੀਮੈਂਟ ਹੋਣੇ ਨੇ। ਉੱਥੇ ਬਿਜਲੀ ਦੀ ਡਿਸਟਰੀਬਿਊਸ਼ਨ ਕਿਵੇਂ ਐਫੀਸ਼ੀਐਂਟ ਹੋਈ ਹੈ, ਜੇ ਉਹ ਕਹਿੰਦੇ ਪਏ ਨੇ ਕਿ ਅਸੀਂ ਉਹਨੂੰ ਫ੍ਰੀ 'ਚ ਦੇ ਪਾ ਰਹੇ ਹਾਂ, ਉਹਦੇ ਕੀ ਕਾਸਟ ਇੰਪਲੀਕੇਸ਼ਨ ਨੇ, ਇਹ ਸਾਰੀਆਂ ਡਿਸਕਸ਼ਨਸ ਤਾਂ ਹੋਣਗੀਆਂ ਹੀ। ਦੇ ਆਰ ਪਾਰਟ ਆਫ ਵਨ ਪਾਰਟੀ। ਅਤੇ ਸਾਡੀ ਵੀ ਇੱਥੇ ਜਿਹੜੇ ਹੁਣ ਪਿਛਲੀ ਵਾਰੀ ਗੌਰਮੈਂਟ ਸੀ, ਉਹ ਤਾਂ ਦਿੱਲੀ ਭੱਜਦੇ ਹੀ ਸਨ, ਉਹ ਅਲੱਗ ਤਰੀਕੇ ਲਈ ਭੱਜਦੇ ਸੀ, ਬਟ ਉਸ ਤਰੀਕੇ ਨਾਲ ਲੈ ਨਾ ਭੱਜਣ। ਇੱਥੋਂ ਪੰਜਾਬ ਦੀ ਗੱਲ ਪੰਜਾਬ 'ਚ ਹੋਣੀ ਚਾਹੀਦੀ ਹੈ। ਪੰਜਾਬ ਟੁਡੇ ਤਾਂ ਅਸੀਂ ਹਮੇਸ਼ਾ ਕਹਿੰਦੇ ਪੰਜਾਬ ਦੀ ਗੱਲ ਪੰਜਾਬ 'ਚ ਹੋਵੇ। That is important ਕਿ ਪੰਜਾਬ ਦੀ ਗਵਰਨਮੈਂਟ ਪੰਜਾਬ ਨੂੰ ਪ੍ਰਾਇਓਰਟੀ 'ਤੇ ਰੱਖੇ। ਇਟ ਸ਼ੁੱਡ ਨਾਟ ਬਿਕਮ ਅ ਟੂਲ ਟੂ ਪ੍ਰੋਪੋਗੇਟ ਦੀ ਜਿਹੜੀ ਪੋਲੀਟੀਕਲ ਐਂਬੀਸ਼ਨਸ ਨੇ ਆਮ ਆਦਮੀ ਪਾਰਟੀ ਦੀਆਂ, ਉਹ ਪੰਜਾਬ ਦੇ ਕੋਸਟ 'ਤੇ ਨਾ ਹੋਣ। ਪੰਜਾਬ ਦੀ ਗਰੋਥ ਜ਼ਿਆਦਾ ਜ਼ਰੂਰੀ ਹੈ। ਐਂਡ ਰਾਈਟ ਨਾਓ ਵੀ ਡੋਂਟ ਹੈਵ ਐਨੀ ਐਵੀਡੈਂਸ ਕਿ ਵੀ
ਇਸ ਤਰ੍ਹਾਂ ਹੋ ਰਿਹਾ ਹੈ ਕਿ ਬਈ ਪੰਜਾਬ ਦੇ ਇੰਟਰਸਟ ਨੂੰ ਪਿੱਛੇ ਰੱਖਿਆ ਜਾ ਰਿਹਾ ਹੈ। ਵੀ ਡੋਂਟ ਹੈਵ ਐਨੀ एविडेंस राइट नाउ, पर इस पर नज़र रखनी जरूरी है। जी सर, सीबीएसई का डिसीजन अपना एनुअल एकेडमिक सेशन को लेके, जो 10वीं और 12वीं छात्र की परीक्षा आयोजन होता था, जैसे पुरानी प्रथा चली आती थी वंस अ ईयर, वो दोबारा स्विच किया सीबीएसई ने, एंड देयर वाज स्पेकुलेशन दैट सीबीएसई वुड कंटिन्यू द सेम पैटर्न ऑफ 2-tier सिस्टम एज रिकमेंडेड बाय नेशनल एजुकेशन पॉलिसी। इंडिया जैसे देश में जब हम पॉलिसीज़ बनाते हैं, वी हैव टू लुक एट आर रिसोर्सेज, आर टीचर स्टूडेंट रेशियो, हाउ मच वी कैन अफोर्ड इट। नेशनल एजुकेशन पॉलिसी इज़ अ वेरी वेल थॉट पॉलिसी, और अगर फाइनल एग्ज़ाम एक बार भी होते हैं इट इज़ नॉट बैड। और बेसिकली अदरवाइज रिसोर्सेज पे बहुत स्ट्रेस आ रहा था, बच्चों की इवन पढ़ाई की जो क्वालिटी थी, जो उनको इवेलुएट करने की जो क्वालिटी थी, उस पर भी इम्पैक्ट आ रहा था। सो फाइनल एग्ज़ाम एक बार हो जाए, और मैं आपको बताऊं नेशनल एजुकेशन पॉलिसी में लर्निंग को ज़्यादा फोकस है, असेसमेंट पे फोकस है, ये एग्जामिनेशन है, तो कॉन्टिन्यूस असेसमेंट तो होती रहेगी, उस पर इसका इम्पैक्ट नहीं आएगा। वो ये कह रहे थे कि मल्टी बार पहले एग्ज़ाम हो जाए, उसकी इतनी ज़रूरत नहीं है। आप कॉन्टिन्यूस असेसमेंट करो। एक फॉर्मल डिग्री में कितने मार्क्स आए हैं, मेजर पार्ट है कि बच्चे की अंडरस्टैंडिंग क्या हुई है। वो नेशनल एजुकेशन पॉलिसी के जो ऑब्जेक्टिव हैं वो अभी भी पूरे हो रहे हैं। सो उससे सीबीएसई नहीं हट रही है। सो दैट इज़ द गुड पार्ट ऑफ दिस डिसीजन। सर, इसके अलावा केंद्र सरकार द्वारा जो बैन लगाया गया है, कंट्रोवर्शियल संगठन है जो पॉपुलर फ्रंट इंडिया, जिसको जिम्मेवार ठहराया गया था पिछले सप्ताह रामनवमी सेलिब्रेशंस में जो इंडिया के कुछ पार्ट्स में हिंसा हुई, इसके बारे में आपका क्या कहना है? लोग, कोई भी एक्सट्रीमिस्ट ऑर्गेनाइजेशन, चाहे वो किसी भी कम्युनिटी को रिप्रेजेंट कर रही हो, चाहे वो किसी भी रिलीजन्स पे फोकस्ड हो, इट इज़ वेरी डेंजरस फॉर द फैब्रिक ऑफ आवर नेशन। और हमारी इंटेलिजेंस बॉडीज़ इस पर कॉन्टीन्यूसली नज़र रखती हैं ताकि देश में सेफ्टी रहे। हमारी होम मिनिस्ट्री का उस पर कॉन्टीन्यूस फोकस रहता है, और आई एम श्योर देयर विल बी इनफ एविडेंस। क्योंकि देखो, जब बैन लगता है तो उसके बाद एक बैन के अगेंस्ट कोर्ट में भी जाती हैं ऑर्गेनाइजेशन, तो गवर्नमेंट भी तब तक एक्शन नहीं लेती जब तक उनके पास इनफ क्रेडिबल एविडेंस नहीं होते। और इस तरह की ऑर्गेनाइजेशंस जो किस रिलीजन की वजह से हमारी सोसाइटी के अंदर दरार पैदा करें, उनके ऊपर स्ट्रॉन्ग एक्शन लेना चाहिए, राइट। एक्सट्रीमिज्म को किसी भी फॉर्म में, चाहे वो रिलीजियस हो, चाहे एनी आइडियोलॉजिकल भी हो, उसको वो किसी भी फॉर्म में डेंजरस है। तो इट इज़ वेरी वेरी इंपॉर्टेंट कि भाई इस तरह की ऑर्गेनाइजेशंस को बहुत ज़्यादा बिफोर इट इज़ टू लेट, उससे पहले ही इन ऑर्गेनाइजेशंस को दबा दिया जाए। सर, इंटरनेशनल मुद्दे पर आते हैं। रशिया वार्न्स ऑफ न्यूक्लियर एंड हाइपरसोनिक डिप्लॉयमेंट अगेन इफ स्वीडन एंड फिनलैंड जॉइन नेटो। तो इसका दो पार्ट में हम विश्लेषण चाहते हैं। पहला सर, ये जो स्वीडन और फिनलैंड का कंसिडरेशन है नेटो ज्वाइन करने का, और दूसरा ये जो बार बार रशिया की तरफ से न्यूक्लियर मिसाइल, हाइपरसोनिक मिसाइल का डिप्लॉयमेंट की वार्निंग आ रही है, इसके बारे में आपका क्या कहना है? सो बेसिकली यूएसए, नेटो एंड अदर रशियन कंट्रीज, ये इवन रशिया भी, ये सारे अपने हेजेमोनिक एम्बिशंस के लिए पूरी दुनिया को खतरे में डालते जा रहे हैं। बेसिकली इट इज़ वेरी डेंजरस कि अगर आप नेटो की एक्सपेंशन, जो 1990 के जो अकॉर्ड हुए थे जब यूएसएसआर को ब्रेक किया गया था, इट वाज डिसाइडेड कि नेटो की एक्सपेंशन नहीं होगी। उसके बाद नेटो की 5 बार एक्सपेंशन हो चुकी है, और जो पहली वॉर है वो भी यूक्रेन में इसीलिए हो रही है। जो यूक्रेन वाली वॉर है वो भी इसलिए हो रही है बिकॉज यूक्रेन को भी वो नेटो का पार्ट बनना चाह रहा था, और नेटो कंट्रीज इसको कंसिडर कर रही थी। बाद में उन्होंने इसको रोक दिया। बट द पॉइंट इज इससे क्या होता है कि दूसरे देश जब अपने आप को थ्रेटन्ड फील करेंगे तो इट विल बी रिएक्शंस विल कीप ऑन कमिंग। अब आप उनके नेबरहुड में स्वीडन और पोलैंड जो अभी तक नेटो में नहीं है, अब सडनली अगर ये डिस्कशन शुरू हो जाए कि ये भी नेटो में आ रहे हैं, तो आप तो वॉर का स्कोप बढ़ाते जा रहे हो। अगर आप वॉर का स्कोप बढ़ाओगे या आप वॉर रेस शुरू करोगे, वेपन्स की रेस शुरू करोगे, हाइपरसोनिक वेपन बनेंगे, तो इट मीन्स यू आर क्लियरली प्लेइंग इन द हैंड्स ऑफ योर आर्म्स इंडस्ट्री, वेपन इंडस्ट्री, विच इज़ नॉट अ गुड। ऑलरेडी इस वॉर के कारण कई जगह पे फूड की दिक्कत, यूक्रेन के लोगों पे जो प्रॉब्लम आ रही है, जो वो फेस कर रहे हैं इस वक्त, उसका तो कोई बयान ही नहीं है। कितने लोग मारे जा चुके हैं, और उसके ऊपर ये डिस्कशन हो कि भाई और लोग नेटो ज्वाइन करेंगे और ऑलरेडी वॉर चल रही है, तो ये तो आग के ऊपर घी डालने वाली बातें हैं। सो आई थिंक रिस्पॉन्सिबल स्टेटमेंट शुड बी मेड बोथ बाय रशिया एज वेल एज नेटो कंट्रीज ऑल्सो। कोई भी अनफॉर्चुनेट, बताऊं बात क्या है, कोई डी एस्केलेशन की बात ही नहीं कर रहा है। मैं अगर इंडिया को छोड़ दूं, किसी ने ये नहीं बोला है कि भाई
इस वॉर को ख़त्म करना चाहिए। इनफैक्ट चाइना भी इस बार वॉर को डी एस्केलेट करने की बात कर रहा है, पर नेटो नेशंस की तरफ से, यूएसए की तरफ से हथियार भेजे जा रहे हैं। हाउ विल यू एंड अ वॉर बाय सेंडिंग मोर वेपन्स? आप इसको प्रोलॉन्ग कर रहे हो। आप इस मिजरी को जो बच्चों पे, जो लेडीज, जो औरतों पे, जो वहाँ की पॉपुलेशन पे, जो बूढ़े लोग हैं उन पे जो मिजरीज हैं, आप उनको प्रोलॉन्ग कर रहे हो बाय सेंडिंग वेपन्स। आप और कुछ नहीं कर रहे हो, आप कुछ और लोगों को मौत के मुंह में धकेल रहे हो, बोथ साइड से। तो इस वक्त यूएसए या नेटो कंट्रीज ये क्लियर स्टेटमेंट दे सकते हैं कि भाई देयर विल बी नो नेटो एक्सपेंशन, लेट्स सिट डाउन एंड स्टॉप दिस वॉर। आई एम क्वाइट कॉन्फिडेंट कि अगर यूएसए और वेस्टर्न कंट्रीज ज़ेलेंस्की को बोल दें कि आप हॉस्टिलिटीज़ को ख़त्म करो और रशिया से भी ये डिस्कशन करें, इंडिया की हेल्प ले लें चाहे, तो ये वॉर को इमीडिएटली एटलीस्ट सीज फायर किया जा सकता है और एक अच्छी डिस्कशंस हो सकती है। बिल्कुल सर। सो आखिरी सवाल पे आते हैं सर। कोरोना महाकाल जिससे निकल के हम सब अभी उभरने की कोशिश कर रहे हैं, एक्टिव कोविड-19 केसेस इन राइज इन इंडिया, क्या लगता है सर लॉकडाउन की स्थिति दोबारा आ सकती है? लुक, इट इज़ वेरी डिफिकल्ट टू से राइट नाउ। अब ये डिपेंड करेगा कि हमारी जो वो हो रखी है वैक्सीनेशन, उसकी इफेक्टिवनेस क्या है, कितने केसेस सीरियस होते हैं। अगर माइल्ड फीवर, माइल्ड जुकाम तक रहता है जो लास्ट टाइम रहा है, देन प्रोबेबिलिटी, मेरे को ऐसा लगता है प्रोबेबिलिटी ऑफ गोइंग फॉर फुल फ्लैश लॉकडाउन इज़ वेरी लेस, क्योंकि इंडिया की एक एज, जो मीडियन एज है वो लो है, यंगर साइड पे है, इम्यूनिटी बेटर है, हमारे यहाँ पे वैक्सीनेशन बहुत अच्छे पेस पे हुई है और अच्छी क्वालिटी की हुई है। अब बूस्टर शॉट्स भी अवेलेबल हो गए हैं और एट अ वेरी नॉमिनल प्राइस। तो मनी की वजह से कोई गरीब आदमी भी अपनी बूस्टर डोज मिस नहीं करेगा। तो मेरे को इसकी प्रोबेबिलिटी कम लगती है एंड आई होप मैं सही हूँ इस बार, क्योंकि अदरवाइज जो इकोनॉमिक सिचुएशन जो डेवलपिंग कंट्रीज होती हैं, इट इज़ वेरी कॉस्टली फॉर कंट्री लाइक अस। डिस्पाइट कोविड हम अब रीजनेबल रिकवरी अपने इकोनॉमिक टाइम में, अपने इकोनॉमिक जो साइड्स हैं उस पर कर पा रहे हैं, पर ये कभी भी रुक सकती है। इट्स अ वेरी वेरी डेलिकेट सिचुएशन। तो ये मोमेंटम बना रहे, ये बहुत ज़रूरी है। इंडिया में जो पॉवर्टी है उसको ख़त्म करने के लिए, लोगों को पॉजिटिवली एम्प्लॉय करने के लिए ये ज़रूरी है, क्योंकि ऑलरेडी कुछ इंडिकेटर्स आ रहे हैं जिसमें ये नज़र आ रहा है कि ऑल्दो अनएम्प्लॉयमेंट भी कम हुई है पर एम्प्लॉयमेंट भी कम हुई है, विच इज़ नॉट अ वेरी गुड साइन। हमारे यहाँ पे पिछले, अगर मैं कुछ टाइम का डाटा देखूँ, एम्प्लॉयमेंट भी कम हुई है। तो इसका मतलब है एक नर्वसनेस आती है मार्केट में, और ये अब वॉर के कारण भी हो सकता है। आई होप ये डबल मतलब हम पे अटैक ना हो जाए। एक तो वॉर के कारण जो हम पे इम्पैक्ट आए हैं, जो हमारे एक्सपोर्ट सफ़र हुए हैं, जो एनर्जी कॉस्टली हुई है, दूसरा अगर ये लॉकडाउन लगे तो ये हमारे लिए बहुत ही इकोनॉमिकली डिफिकल्ट सिचुएशन हो जाएगी। सो थैंक यू सो मच फॉर योर व्यूज सर। ऐसे ही मीनिंगफुल इनसाइट्स के लिए जुड़े रहिए हमारे चैनल के साथ एंड डू नॉट फॉरगेट टू सब्सक्राइब टू आवर चैनल एंड डाउनलोड आवर ऐप। धन्यवाद।